ਚੰਗੇ ਸੀ ਮਕਾਨ ਜੋ ਕੱਚੇ ਹੁੰਦੇ ਸੀ, ਚੰਗੇ ਸੀ ਮਕਾਨ ਜੋ ਕੱਚੇ ਹੁੰਦੇ ਸੀ। ਮਕਾਨ ਪੱਕੇ ਕੀ ਹੋਏ, ਇਨਸਾਨੀ ਦਿਲ ਵੀ ਪੱਕੇ ਹੋ ਗਏ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ 20 ਮਾਰਚ ਦਾ ਦਿਨ ਪੂਰੇ ਵਿਸ਼ਵ ਵਿੱਚ ਚਿੜੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਛੋਟਾ ਜਿਹਾ ਨੰਨਾ ਜਿਹਾ ਇਹ ਪੰਛੀ ਉਹਨਾਂ ਪੰਛੀਆਂ ਵਿੱਚੋਂ ਹੈ ਜੋ ਇਨਸਾਨ ਦੇ ਨਾਲ ਰਹਿਣਾ ਪਸੰਦ ਕਰਦੇ ਹਨ। ਚਿੜੀ ਇੱਕ ਐਸਾ ਪੰਛੀ ਹੈ ਜਿਸ ਨੂੰ ਜੰਗਲਾਂ ਨਾਲੋਂ ਵੱਧ ਇਨਸਾਨੀ ਘਰਾਂ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਹੈ। ਇਸ ਕਾਰਨ ਹੀ ਇਸ ਦੇ ਆਲਣੇ ਸਾਡੇ ਕੱਚੇ ਘਰਾਂ ਦੇ ਵਿੱਚ ਜ਼ਿਆਦਾ ਦਿਖਾਈ ਦਿੰਦੇ ਸਨ। ਕਿਹਾ ਜਾਂਦਾ ਹੈ ਕਿ ਪਹਿਲਾਂ ਜਦੋਂ ਸਾਡੇ ਘਰਾਂ ਵਿੱਚ ਭੋਜਨ ਤਿਆਰ ਹੁੰਦਾ ਸੀ ਤਾਂ ਉਸ ਵਿੱਚ ਇਸ ਨੰਨੇ ਜਿਹੇ ਪੰਛੀ ਦਾ ਹਿੱਸਾ ਵੀ ਰੱਖਿਆ ਜਾਂਦਾ ਸੀ। ਪਰੰਤੂ ਆਧੁਨਿਕਤਾ ਦੀ ਹੋੜ ਵਿੱਚ ਇਨਸਾਨ ਨੇ ਜਿਉਂ ਹੀ ਆਪਣੇ ਘਰ ਪੱਕੇ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਇਹ ਨੰਨਾ ਜਿਹਾ ਪੰਛੀ ਬੇਘਰ ਹੋਣਾ ਸ਼ੁਰੂ ਹੋ ਗਿਆ ਅਤੇ ਹੌਲੀ-ਹੌਲੀ ਸਾਡੇ ਤੋਂ ਦੂਰ ਹੋ ਗਿਆ। ਅੱਜ ਅਸੀਂ ਇਸ ਕੋਮਲ ਜਿਹੇ ਪੰਛੀ ਨੂੰ ਦੇਖਣ ਲਈ ਅਤੇ ਇਸ ਦੀ ਚਹਿਚਹਾਟ ਸੁਣਨ ਲਈ ਵੀ ਤਰਸ ਰਹੇ ਹਾਂ, ਕਿਉਂਕਿ ਇਨਸਾਨੀ ਆਧੁਨਿਕਤਾ ਦੇ ਕਾਰਨ ਇਹ ਪੰਛੀ ਅਲੋਪ ਹੁੰਦਾ ਜਾ ਰਿਹਾ ਹੈ। ਪਰੰਤੂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਸ਼ਹਿਰ ਦੋਰਾਹਾ ਦੇ ਨਜ਼ਦੀਕ ਇੱਕ ਐਸੀ ਕੁਦਰਤੀ ਜਗ੍ਹਾ ਹੈ ਜਿੱਥੇ ਇਹ ਨੰਨਾ ਜਿਹਾ ਪੰਛੀ ਆਮ ਹੀ ਦੇਖਣ ਨੂੰ ਮਿਲਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਨਸਾਨ ਨੇ ਤਾਂ ਹਰ ਜਗ੍ਹਾ ਤਰੱਕੀ ਕਰ ਲਈ ਹੈ, ਹਰ ਥਾਂ ਤੇ ਪੱਕੇ ਮਕਾਨ ਹਨ, ਫਿਰ ਐਸੀ ਕਿਹੜੀ ਜਗ੍ਹਾ ਹੈ ਜਿੱਥੇ ਇਹ ਪੰਛੀ ਦੇਖਣ ਨੂੰ ਮਿਲਦਾ ਹੈ? ਜੀ ਹਾਂ, ਉਹ ਜਗ੍ਹਾ ਹੈ ਗੁਰਦੁਆਰਾ ਤਪੋਬਨ ਟੱਕੀ ਸਾਹਿਬ। ਇਹ ਵਿਸ਼ਵ ਦਾ ਇੱਕ ਐਸਾ ਅਨੋਖਾ ਧਾਰਮਿਕ ਅਸਥਾਨ ਹੈ ਜੋ ਕਿ 550 ਬਿੱਗੇ ਦੇ ਇੱਕ ਜੰਗਲ ਦੇ ਰੂਪ ਵਿੱਚ ਮੌਜੂਦ ਹੈ। ਇਸ ਅਸਥਾਨ ਦੇ ਮੁਖੀ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਦਰਸ਼ਨ ਸਿੰਘ ਜੀ, ਜਿਨ੍ਹਾਂ ਨੇ ਆਧੁਨਿਕਤਾ ਦੇ ਨਾਲ-ਨਾਲ ਆਪਣੇ ਪੁਰਾਣੇ ਵਿਰਸੇ ਤੇ ਸੱਭਿਆਚਾਰ ਨੂੰ ਬਿਲਕੁਲ ਵੀ ਨਹੀਂ ਛੱਡਿਆ, ਬਲਕਿ ਉਹ ਇਸ ਤਪੋਬਨ ਵਿੱਚ ਸਾਡੇ ਪੁਰਾਤਨ ਵਿਰਸੇ ਦੀ ਸਾਂਭ ਸੰਭਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਕਰ ਰਹੇ ਹਨ। ਕੁਦਰਤ ਦੀ ਗੋਦ ਦੇ ਵਿੱਚ ਵਸੇ ਇਸ ਤਪੋਬਨ ਵਿੱਚ ਜਿੱਥੇ ਹਜ਼ਾਰਾਂ ਕਿਸਮਾਂ ਦੇ ਜੀਵ ਜੰਤੂ ਪਸ਼ੂ ਪੰਛੀ ਦੇਖਣ ਨੂੰ ਮਿਲਦੇ ਹਨ, ਉੱਥੇ ਹੀ ਸਾਡਾ ਇਹ ਮਿੱਤਰ ਪੰਛੀ ਚਿੜੀਆਂ ਜੋ ਅੱਜ ਅਲੋਪ ਹੋ ਰਹੀਆਂ ਹਨ, ਉਹ ਇੱਥੇ ਆਮ ਹੀ ਦੇਖਣ ਨੂੰ ਮਿਲਦੀਆਂ ਹਨ। ਸੰਤ ਬਾਬਾ ਦਰਸ਼ਨ ਸਿੰਘ ਜੀ ਇੰਨੇ ਕੋਮਲ ਦਿਲ ਤੇ ਦਇਆ ਭਾਵਨਾ ਨਾਲ ਭਰੇ ਹੋਏ ਹਨ ਕਿ ਹਮੇਸ਼ਾ ਸੰਗਤਾਂ ਨੂੰ ਇਹਨਾਂ ਭੋਲੇ ਭਾਲੇ ਮਾਸੂਮ ਜੀਵ ਜੰਤੂਆਂ ਤੇ ਤਰਸ ਕਰਨ ਅਤੇ ਉਹਨਾਂ ਦੀ ਸਾਂਭ ਸੰਭਾਲ ਆਪਣੇ ਬੱਚਿਆਂ ਦੀ ਤਰ੍ਹਾਂ ਕਰਨ ਲਈ ਪ੍ਰੇਰਦੇ ਰਹਿੰਦੇ ਹਨ। ਸੰਗਤਾਂ ਨੂੰ ਜਾਗਰਿਤ ਕਰਨ ਲਈ ਤਪੋਬਨ ਟੱਕੀ ਸਾਹਿਬ ਵਿਖੇ ਹਰੇਕ ਸਾਲ ਜੰਗਲੀ ਜੀਵ ਸੁਰੱਖਿਆ ਦਿਵਸ, ਵਣ ਮਹਾਉਤਸਵ ਅਤੇ ਚਿੜੀ ਦਿਵਸ ਮਨਾਇਆ ਜਾਂਦਾ ਹੈ। ਸੋ ਆਓ ਹੁਣ ਤੁਹਾਨੂੰ ਸੰਤ ਬਾਬਾ ਦਰਸ਼ਨ ਸਿੰਘ ਜੀ ਦਾ ਦਿੱਤਾ ਗਿਆ ਇੱਕ ਸੰਦੇਸ਼ ਸੁਣਾਉਂਦੇ ਹਾਂ, ਜੋ ਉਹਨਾਂ ਤਪੋਬਨ ਟੱਕੀ ਸਾਹਿਬ ਵਿਖੇ ਚਿੜੀ ਦਿਵਸ ਮਨਾਉਂਦਿਆਂ ਸੰਗਤਾਂ ਨੂੰ ਦਿੱਤਾ। ਅੱਜ 20 ਮਾਰਚ ਦਾ ਦਿਨ ਜੋ ਚਿੜੀ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ, ਜੋ ਇੱਕ ਬੜਾ ਭੋਲਾ ਭਾਲਾ ਤੇ ਨੰਨਾ ਜਿਹਾ ਪੰਛੀ ਹੈ, ਜੋ ਸਾਡੇ ਘਰਾਂ ਦੇ ਵਿੱਚ ਪਹਿਲਾਂ ਤੋਂ ਹੀ ਰਹਿੰਦਾ ਸੀ, ਪਰੰਤੂ ਹੁਣ ਬਹੁਤ ਘਰ ਜਿਹੜੇ ਹਨ ਪੱਕੇ ਜਿਹੜੇ ਹੋਣ ਦੇ ਕਾਰਨ ਕੋਠੀਆਂ ਮਕਾਨ ਪੱਕੇ ਹੋ ਗਏ। ਇਸ ਕਰਕੇ ਪੰਛੀ ਲੁਪਤ ਹੋਣ ਦੇ ਕਿਨਾਰੇ 'ਤੇ ਹੈ, ਜਿੱਥੇ ਹੋਰ ਬਹੁਤ ਸਾਰੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਜਿਹੜੀਆਂ ਲੁਪਤ ਹੋ ਗਈਆਂ ਹਨ।
ਚਿੜੀ ਨੂੰ ਵੀ ਜਿਹੜਾ ਹੈ ਇਹ ਲੁਪਤ ਹੋਣ ਦਾ ਖਤਰਾ ਹੈ। ਜਿਹੜੇ ਪੰਛੀ ਨੇ ਇਹ ਕੁਦਰਤ ਦੀ ਇੱਕ ਕਾਦਰ ਦੀ ਬੜੀ ਸੁੰਦਰ ਰਚਨਾ ਹੈ, ਜੋ ਸਾਡੇ ਜੀਵਨ ਦੇ ਵਿੱਚ ਇੱਕ ਰੰਗ ਭਰਦੇ ਹਨ। ਨਾਨਾ ਪ੍ਰਕਾਰੀ ਕੁਦਰਤ ਜੋ ਹੈ ਪਰਮਾਤਮਾ ਨੇ ਬਣਾਈ ਹੋਈ ਹੈ। ਇਨਸਾਨ ਨੂੰ 84 ਲੱਖ ਜੂਨ ਦਾ ਸਰਦਾਰ ਬਣਾਇਆ ਹੈ। ਸਭ ਨਾਲੋਂ ਵੱਧ ਦਿਮਾਗ ਬੁੱਧੀ ਇਨਸਾਨ ਨੂੰ ਦਿੱਤੀ ਹੈ। ਅਸੀਂ ਬੜੀ ਤਰੱਕੀ ਕੀਤੀ ਹੈ ਇਨਸਾਨ ਨੇ, ਪਰੰਤੂ ਜਿੱਥੇ ਇਨਸਾਨ ਨੇ ਭੌਤਿਕ ਤੌਰ 'ਤੇ ਬੜੀ ਤਰੱਕੀ ਕੀਤੀ ਹੈ, ਉੱਥੇ ਨਾਲ ਪਸ਼ੂ ਪੰਛੀ ਜੀਵ ਜੰਤੂਆਂ ਵਾਸਤੇ ਬੜਾ ਖਤਰਾ ਵੀ ਬਣਿਆ ਹੈ। ਇਸ ਕਰਕੇ ਜਿਹੜੇ ਹਨ ਪੰਛੀ ਬਹੁਤ ਸਾਰੇ ਅਲੋਪ ਹੋ ਗਏ ਹਨ। 20 ਮਾਰਚ ਦਾ ਦਿਨ ਚਿੜੀ ਦਿਵਸ ਦੇ ਤੌਰ 'ਤੇ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਜੋ ਪੰਛੀਆਂ ਨਾਲ ਪਿਆਰ ਕਰਨ ਵਾਲੇ ਨੇ, ਕੁਦਰਤ ਨਾਲ ਪਿਆਰ ਕਰਨ ਵਾਲੇ ਲੋਕ ਨੇ, ਉਹ ਇਸ ਗੱਲੋਂ ਚਿੰਤਤ ਨੇ, ਕੋਸ਼ਿਸ਼ਾਂ ਕਰਦੇ ਹਨ ਕਿ ਇਹ ਕੁਦਰਤ ਦੀ ਜਿਹੜੀ ਆ ਉਹ ਵੰਨ ਸੁਵੰਨਤਾ ਬਣੀ ਰਹੇ। ਇਹ ਪੰਛੀ ਜਿਹੜੇ ਹਨ ਜੋ ਸਾਡੇ ਤੋਂ ਨਾਰਾਜ਼ ਹੋ ਗਏ ਨੇ, ਸਮਝ ਲਓ ਦੁਬਾਰਾ ਇਸ ਜ਼ਿੰਦਗੀ ਦੇ ਵਿੱਚ ਫਿਰ ਆ ਜਾਣ। ਸਾਡੇ ਯਾਦ ਆ ਪਿਛਲੇ ਸਾਲ ਆਪਾਂ ਇਹ ਬੇਨਤੀ ਕੀਤੀ ਸੀ, ਜੋ ਇੱਕ ਚਿੜੀ ਇੱਕ ਨੰਨੀ ਪਰੀ ਦੇ ਨਾਂ 'ਤੇ ਵੀ ਜਾਣੀ ਜਾਂਦੀ ਹੈ ਕਿ ਤੂੰ ਵਾਪਸ ਆ ਜਾ। ਕੁਦਰਤ ਦੀ ਅਜੀਬ ਗੱਲ ਹੋਈ, ਇੱਕ ਥੋੜ੍ਹੇ ਸਮੇਂ ਦੇ ਵਿੱਚ ਹੀ ਜਿੱਥੇ 40-45 ਸਾਲ ਤੋਂ ਇਸ ਜੰਗਲ ਦੇ ਵਿੱਚ ਵੀ ਜਾਂ ਆਲੇ ਦੁਆਲੇ ਕਿਤੇ ਚਿੜੀਆਂ ਦੇਖਣ ਨੂੰ ਨਹੀਂ ਸੀ ਮਿਲੀਆਂ। ਕੁਦਰਤ ਦੀ ਐਸੀ ਖੇਡ ਹੋਈ ਕਿ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਜਿਹੜੇ ਹਨ ਪੰਛੀ ਦੇਖਣ ਵਿੱਚ ਮਿਲਿਆ, ਚਿੜੀਆਂ ਦੇਖਣ ਵਿੱਚ ਮਿਲੀਆਂ। ਹੁਣ ਵੀ ਜਿਹੜੀਆਂ ਹਨ ਚਿੜੀਆਂ ਇਸ ਤਪੋਵਨ ਦੇ ਵਿੱਚ ਵੀ ਨਜ਼ਰ ਆਉਂਦੀਆਂ ਨੇ, ਪਿੰਡਾਂ ਦੇ ਵਿੱਚ ਵੀ ਬਹੁਤ ਸਾਰੀਆਂ ਨਜ਼ਰ ਆਈਆਂ। ਇਸ ਕਰਕੇ ਜੇ ਅਸੀਂ ਯਤਨ ਕਰੀਏ ਤਾਂ ਜ਼ਰੂਰ ਉਸ ਵਿੱਚ ਸਫਲਤਾ ਹਾਸਲ ਹੁੰਦੀ ਹੈ। ਜਿੱਥੇ ਬਹੁਤ ਸਾਰੇ ਪੰਛੀ ਪ੍ਰੇਮੀ ਯਤਨ ਕਰਦੇ ਹਨ, ਤਪੋਵਨ ਟੱਕੀ ਸਾਹਿਬ ਵੱਲੋਂ ਵੀ, ਜਿੱਥੇ ਲੱਖਾਂ ਹੀ ਨਹੀਂ ਕਰੋੜਾਂ ਜੀਵ ਜੰਤੂ, ਹਜ਼ਾਰਾਂ ਮੋਰ, ਨਾਨਾ ਪ੍ਰਕਾਰ ਦੇ ਜੀਵ ਜੰਤੂ ਪੰਛੀ ਰਹਿੰਦੇ ਨੇ, ਚਹਿਚਹਾਉਂਦੇ ਹਨ, ਬੜੀ ਖੁਸ਼ੀ ਦੇ ਨਾਲ, ਆਜ਼ਾਦੀ ਦੇ ਨਾਲ ਘੁੰਮਦੇ ਨੇ, ਆਜ਼ਾਦੀ ਦੇ ਨਾਲ ਰਹਿੰਦੇ ਨੇ। ਤਪੋਵਨ ਵਾਸੀਆਂ ਵੱਲੋਂ ਵੀ ਯਤਨ ਕੀਤੇ ਜਾਂਦੇ ਹਨ। ਇਸੇ ਕਰਕੇ ਚਿੜੀ ਦਿਵਸ ਮਨਾਇਆ ਜਾ ਰਿਹਾ ਹੈ ਕਿ ਲੋਕਾਂ ਦੇ ਵਿੱਚ ਕੁਛ ਨਾ ਕੁਛ ਜਾਗਰਤੀ ਆਵੇ, ਸਾਡਾ ਵਤੀਰਾ ਪੰਛੀਆਂ ਦੇ ਪ੍ਰਤੀ ਕੁਛ ਤਬਦੀਲ ਹੋਵੇ। ਜਿੱਥੇ ਅਸੀਂ ਆਪਣੇ ਰਹਿਣ ਸਹਿਣ ਵਾਸਤੇ ਬੜੇ ਸੁੱਖਾਂ ਦੇ ਸਾਧਨ ਜਿਹੜੇ ਹਨ ਉਤਪੰਨ ਕੀਤੇ ਨੇ, ਪਰੰਤੂ ਇਹਨਾਂ ਕਾਦਰ ਦੀ ਰਚਨਾ ਦੇ ਲਈ, ਭੋਲੇ ਪੰਛੀਆਂ ਦੇ ਲਈ ਅਸੀਂ ਕਰੂਰ ਸਿੱਧ ਹੋਏ ਹਾਂ। ਇਸ ਕਰਕੇ ਜਿਹੜੇ ਹਨ ਪੰਛੀ ਗੁਪਤ ਹੋ ਰਹੇ ਨੇ, ਲੁਪਤ ਹੋ ਰਹੇ ਨੇ। ਜੰਗਲਾਂ ਦੀਆਂ ਬਹੁਤ ਅੰਨ੍ਹੇਵਾਹ ਬੇਰਹਿਮੀ ਦੇ ਨਾਲ ਕਟਾਈ ਜਿਹੜੀ ਆ ਕੀਤੀ ਗਈ ਹੈ। ਬਿਜਲੀ ਦੀਆਂ ਤਾਰਾਂ, ਮੋਬਾਈਲ ਦੇ ਟਾਵਰ, ਬਹੁਤ ਜ਼ਹਿਰੀਲੀਆਂ ਦਵਾਈਆਂ ਫਸਲਾਂ ਦੇ ਵਿੱਚ ਛਿੜਕੀਆਂ ਜਾਂਦੀਆਂ ਨੇ। ਇਸ ਤਰ੍ਹਾਂ ਦੇ ਕਾਫੀ ਕਾਰਨ ਜਿਹੜੇ ਹਨ ਬਣੇ ਹਨ, ਜੋ ਇਹਨਾਂ ਭੋਲੇ ਪੰਛੀਆਂ ਵਾਸਤੇ, ਮਾਸੂਮਾਂ ਵਾਸਤੇ ਖਤਰਨਾਕ ਸਿੱਧ ਹੋਏ ਨੇ। ਸੋ ਇਹ ਜਾਗਰਤੀ ਲਿਆਉਣ ਵਾਸਤੇ ਇਹ ਦਿਨ ਮਨਾਏ ਜਾਂਦੇ ਨੇ। ਇਹਦਾ ਬਹੁਤ ਸਾਰਾ ਫਾਇਦਾ ਵੀ ਹੋਇਆ ਬੇਨਤੀਆਂ ਦਾ। ਹਜ਼ਾਰਾਂ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੇ ਵਿਹੜਿਆਂ ਦੇ ਵਿੱਚ ਦਾਣਾ ਪਾਣੀ ਪਾਉਣ ਦੀ ਜਿਹੜੀ ਹੈ ਜੁਗਤ ਸਿੱਖੀ ਹੈ, ਤਰੀਕੇ ਸਿੱਖੀ ਹੈ, ਅਤੇ ਦਰਖਤਾਂ ਦੀ ਸਾਂਭ ਸੰਭਾਲ ਕਰਨੀ ਵੀ ਸ਼ੁਰੂ ਕੀਤੀ ਹੈ। ਸੋ ਇਸ ਕਰਕੇ ਅਸੀਂ ਜਾਗਣਾ ਹੈ, ਜਾਗਣ ਵਾਸਤੇ ਹੀ ਜਿਹੜਾ ਹੈ ਅਸੀਂ ਇਹ ਜਿਹੜਾ ਦਿਨ ਮਨਾ ਰਹੇ ਹਾਂ, ਬੇਨਤੀ ਕਰ ਰਹੇ ਹਾਂ, ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਓ ਇਸ ਧਰਤੀ ਦੇ ਉੱਤੇ ਜਿੰਨਾ ਸਾਨੂੰ ਹੱਕ ਹੈ ਰਹਿਣ ਦਾ, ਉੱਥੇ ਪਰਮਾਤਮਾ ਦੇ ਬਣਾਏ ਜੀਵ ਜੰਤੂਆਂ ਨੂੰ, ਪੰਛੀਆਂ ਨੂੰ ਵੀ ਪੂਰਾ ਹੱਕ ਹੈ। ਇਨਸਾਨ ਦਾ ਫਰਜ਼ ਬਣਦਾ ਹੈ, ਜਿੱਥੇ ਆਪਣੇ ਵਾਸਤੇ ਕਿੰਨਾ ਕੁਛ ਬਣਾਉਂਦਾ ਸੋਚਦਾ ਜ਼ਿੰਦਗੀ ਵਾਸਤੇ, ਉੱਥੇ ਇਹਨਾਂ ਵਾਸਤੇ ਵੀ ਸੋਚਣਾ ਬਣਦਾ। ਜਿੱਥੇ ਇਨਸਾਨਾਂ ਵਾਸਤੇ ਕਿੰਨੇ ਹੌਸਪੀਟਲ ਨੇ, ਕਿੰਨੇ ਡਾਕਟਰ ਨੇ, ਕਿੰਨੀਆਂ ਮੈਡੀਸਿਨਸ ਨਿਕਲਦੀਆਂ ਨੇ, ਕਿੰਨੀ ਮੈਡੀਕਲ ਸਾਇੰਸ ਹੈ, ਉੱਥੇ ਇਹਨਾਂ ਜਾਨਵਰਾਂ ਵਾਸਤੇ, ਪੰਛੀਆਂ ਵਾਸਤੇ ਕੋਈ ਹੌਸਪੀਟਲ, ਕੋਈ ਡਾਕਟਰ ਨਜ਼ਰ ਨਹੀਂ ਆਉਂਦੇ। ਨਾ ਮਾਤਰੀ ਜਿਹੜਾ ਹੈ ਉਹਨਾਂ ਦਾ ਇਲਾਜ ਹੁੰਦਾ ਹੈ।
ਸੋ ਇਹ ਹੋਣਾ ਚਾਹੀਦਾ। ਹਸਪੀਟਲ ਹੋਣੇ ਚਾਹੀਦੇ ਨੇ ਜਿਵੇਂ ਇਨਸਾਨਾਂ ਵਾਸਤੇ ਨੇ, ਡਾਕਟਰ ਹੋਣੇ ਚਾਹੀਦੇ ਨੇ। ਉਹਨਾਂ ਨੂੰ ਵੀ ਕੋਈ ਦੁੱਖ ਤਕਲੀਫ ਹੁੰਦੀ ਹੈ, ਉਹਨਾਂ ਦਾ ਵੀ ਜਿਹੜਾ ਹੈ ਇਲਾਜ ਕੀਤਾ ਜਾਵੇ। ਸੋ ਚਿੜੀ ਦਿਵਸ 'ਤੇ ਆਪਾਂ ਇਹ ਵਿਚਾਰਾਂ ਕਰ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ ਜਿਸ ਇਸ ਭੋਲੇ ਪੰਛੀ ਦਾ ਨਾਂ ਆਉਂਦਾ, ਚਿੜੀ ਚੌਕੀ ਪਹੁ ਫੁੱਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ, ਇੱਕ ਉਦਾਹਰਨ ਦੇ ਕੇ ਸਮਝਾਇਆ, ਉਦਾਹਰਨ ਦਿੱਤੀ ਹੈ, ਚਿੜੀ ਦੀ ਉਦਾਹਰਨ ਦਿੱਤੀ ਹੈ। ਇੱਥੋਂ ਤੱਕ ਵੀ ਗਿਆ, ਅੱਧ ਗੁੱਲਾ ਚਿੜੀ ਕਾ ਚੁਗਣ ਗੈਣ ਚੜੀ ਬਿਲ ਲਾਏ, ਖਸਮਾ ਪਾਵੋ ਉਹ ਚੰਗੀ ਜੇ ਕਰੇ ਖੁਦਾਏ ਖੁਦਾਏ। ਇੱਕ ਜਿਹੜੀ ਚਿੜੀ ਹੈ, ਜੇ ਉਹ ਪਰਮਾਤਮਾ ਦਾ ਨਾਮ ਜਪਦੀ ਹੈ, ਪਰਮਾਤਮਾ ਨੂੰ ਯਾਦ ਕਰਦੀ ਹੈ ਭਾਵ, ਤਾਂ ਉਹ ਚੰਗੀ ਹੈ। ਜੇ ਕੋਈ ਹਾਥੀ ਜਾਂ ਕੋਈ ਵੱਡਾ ਜਾਨਵਰ ਖੌਰੂ ਪਾਉਂਦਾ, ਹਉਮੈ ਦੇ ਵਿੱਚ ਗਰਜਦਾ ਸ਼ੇਰ, ਉਹਦੇ ਨਾਲੋਂ ਜਿਹੜੀ ਚਿੜੀ ਖੁਦਾ ਦੇ, ਪਰਮਾਤਮਾ ਦੇ, ਅੱਲਾ ਗੋਡ ਦੇ ਭੈ ਦੇ ਵਿੱਚ ਉਸ ਨੂੰ ਯਾਦ ਕਰਦੀ ਹੈ, ਉਹ ਚੰਗੀ ਹੈ। ਭਾਵ ਨਿਮਰਤਾ, ਨਿਰਮਾਨਤਾ। ਰੱਬ ਦੇ ਪਿਆਰੇ ਸੰਤ ਲੋਕ ਚਿੜੀਆਂ ਦੀ ਨਿਆਈ ਨਿਮਰਤਾ ਦੇ ਵਿੱਚ ਜੇ ਪਰਮਾਤਮਾ ਦਾ ਨਾਮ ਜਪਦੇ ਨੇ, ਜੋ ਚੰਗੇ ਨੇ। ਤੇ ਉਹਨਾਂ ਦੀ ਸੁਰਤੀ ਕਿੰਨੀ ਉੱਚੀ ਚੜ੍ਹਦੀ ਹੈ। ਥੋੜ੍ਹਾ ਬਹੁਤਾ ਖਾ ਕੇ, ਸਰੀਰ ਨੂੰ ਆਹਾਰ ਦੇ ਕੇ, ਥੋੜ੍ਹਾ ਜ਼ਿਆਦਾ ਨਹੀਂ, ਥੋੜ੍ਹਾ ਜਿਹਾ ਲੈ ਕੇ ਉਹ ਜਿਹੜੇ ਹਨ ਗੈਨ ਚੜ੍ਹੀ ਬਿਲ ਲਾਏ। ਉਹਨਾਂ ਦੀ ਸੁਰਤੀ ਕਿੰਨੀ ਜਿਹੜੀ ਉੱਚੀ ਚੜ੍ਹਦੀ ਹੈ, ਕਿੰਨਾ ਉਹ ਦੁਨੀਆ ਦਾ ਭਲਾ ਸੋਚਦੇ ਹਨ। ਸੋ ਚੰਗੇ ਨੇ। ਉਸ ਨਿਮਰਤਾ ਦਾ ਪੈਗਾਮ ਦਿੱਤਾ ਹੈ ਇਸ ਬਾਣੀ ਦੇ ਵਿੱਚ ਚਿੜੀ ਦਾ ਨਾਂ ਲੈ ਕੇ। ਸੋ ਜਿੱਥੇ ਦਰਖਤਾਂ ਦੇ ਨਾਂ ਵੀ ਆਉਂਦੇ ਨੇ ਬਾਣੀ ਦੇ ਵਿੱਚ, ਚੰਦਨ, ਰਿੰਡ, ਕਿੰਨੇ ਢੱਕ, ਪਲਾ, ਉੱਥੇ ਇਹਨਾਂ ਪੰਛੀਆਂ ਦੇ ਨਾਂ ਵੀ ਆਉਂਦੇ ਨੇ। ਸੰਸਾਰ ਦੀ, ਕੁਦਰਤ ਦੀ ਵੰਨ ਸੁਵੰਨਤਾ ਕਾਇਮ ਰਹੇ, ਇਹਦੇ ਵਿੱਚ ਹੀ ਜਿਹੜਾ ਹੈ ਇਨਸਾਨ ਦਾ ਵੀ ਭਲਾ ਹੈ। ਜਿੱਥੇ ਇਨਸਾਨ ਆਪਣੇ ਲਈ ਅਨੇਕਾਂ ਸਾਧਨ ਜੁਟਾਉਂਦਾ, ਉੱਥੇ ਇਹਨਾਂ ਵਾਸਤੇ ਵੀ ਕੁਛ ਕਰੇ, ਉਹਨਾਂ ਵਾਸਤੇ ਬੇਰਹਿਮੀ ਦਾ ਵਤੀਰਾ ਤਿਆਗੇ, ਉਹਨਾਂ ਨੂੰ ਕਿਸੇ ਵੀ ਢੰਗ ਤਰੀਕੇ ਦੇ ਨਾਲ ਦੁੱਖ ਨਾ ਪਹੁੰਚਾਵੇ। 68 ਸੀਰ ਸਗਲ ਪੁੰਨ ਜੀ ਦਇਆ ਪ੍ਰਵਾਨ, 68 ਤੀਰਥਾਂ ਦਾ ਇਸ਼ਨਾਨ ਦਾ ਫਲ ਉਸ ਨੂੰ ਮਿਲਦਾ ਜਿਹੜਾ ਇੱਕ ਜੀਵ ਤੇ ਵੀ ਦਇਆ ਕਰਦਾ। ਬਾਣੀ ਦੇ ਵਿੱਚ ਲਿਖਿਆ ਹੈ, ਦੁੱਖ ਨਾ ਦੇ ਕਿਸੇ ਜੀ ਹੱਥ ਸਿਉ ਘਰ ਜਾਓਗੇ। ਕਿਸੇ ਪਰਮਾਤਮਾ ਦੇ ਬਣਾਏ ਹੋਏ ਜੀਵਾਂ ਨੂੰ ਦੁੱਖ ਨਹੀਂ ਦੇਣਾ। ਇੱਜ਼ਤ ਦੇ ਨਾਲ ਪਰਮਾਤਮਾ ਦੀ ਦਰਗਾਹ ਨੂੰ ਇਹ ਜਾਂਦਾ ਹੈ, ਪਰੰਤੂ ਅਸੀਂ ਪਰਮਾਤਮਾ ਨੂੰ ਭੁੱਲ ਗਏ ਹਾਂ, ਪਰਮਾਤਮਾ ਦੇ ਹਿਸਾਬ ਕਿਤਾਬ ਨੂੰ ਭੁੱਲ ਗਏ ਹਾਂ, ਲੇਖੇ ਜੋਖੇ ਨੂੰ ਭੁੱਲ ਗਏ ਹਾਂ, ਜਿਸ ਦਾ ਅਸੀਂ ਸਾਡੇ ਸਾਹਮਣੇ ਸਿੱਟਾ ਅਸੀਂ ਭੁਗਤ ਰਹੇ ਹਾਂ ਕਰੋਨਾ ਵਾਇਰਸ ਦੇ ਰੂਪ ਦੇ ਵਿੱਚ। ਜਿੱਥੇ ਬੜੀ ਬੇਰਹਿਮੀ ਦੇ ਨਾਲ ਜਿਉਂਦੇ ਜੀਵਾਂ ਨੂੰ ਤੜਫਾ ਤੜਫਾ ਕੇ ਜਿਹੜਾ ਹੈ ਖਾਂਦੇ ਸੀ। ਉਹ ਇਨਸਾਨ ਹੀ ਕਾਹਦਾ ਜਿਸ ਦੇ ਅੰਦਰ ਤਰਸ ਨਹੀਂ ਹੈ, ਜਿਸ ਦੇ ਅੰਦਰ ਦਇਆ ਨਹੀਂ ਹੈ। ਉਹ ਹੈਵਾਨ ਦੇ ਨਾਲੋਂ ਵੀ ਡਿੱਗ ਜਾਂਦਾ ਹੈ। ਇਹ ਕੋਈ ਤਰੱਕੀ ਨਹੀਂ ਹੈ ਜੇ ਅਸੀਂ ਇਸ ਤਰ੍ਹਾਂ ਦੇ ਜ਼ਾਲਮ ਬਣ ਗਏ, ਜ਼ਾਲਮਾਨਾ ਵਤੀਰਾ ਦੂਸਰਿਆਂ ਦੇ ਪ੍ਰਤੀ, ਜੀਵਾਂ ਦੇ ਪ੍ਰਤੀ, ਪਸ਼ੂ ਪੰਛੀਆਂ ਦੇ ਪ੍ਰਤੀ ਜੇ ਅਸੀਂ ਕਰਦੇ ਹਾਂ। ਅਸੀਂ ਭੌਤਿਕ ਤੌਰ 'ਤੇ ਫਿਰ ਅਸੀਂ ਆਪਣੇ ਆਪ ਨੂੰ ਕਿੰਨੇ ਅਗਾਂਹ ਵਧੂ, ਕਿੰਨੀਆਂ ਤਰੱਕੀਆਂ ਸਮਝੀ ਜਾਈਏ, ਪਰੰਤੂ ਅਸੀਂ ਪਰਮਾਣੂ ਬੰਬਾਂ ਦੇ ਢੇਰ 'ਤੇ ਬੈਠੇ ਹਾਂ। ਤੇ ਕਰੋਨਾ ਵਾਇਰਸ ਇਸ ਦਾ ਇੱਕ ਸਾਡੇ ਸਾਹਮਣੇ ਇੱਕ ਸਿੱਟਾ ਹੈ। ਸੋ ਇਸ ਕਰਕੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਅਸੀਂ ਜਿੱਥੇ ਇਸ ਦੁਨੀਆ ਨੂੰ ਦੇ ਵਿੱਚ ਅਸੀਂ ਰਹਿਣਾ, ਦੁਨੀਆ ਸੁਖੀ ਵਸੇ, ਨਰਕ ਦਾ ਰੂਪ ਨਾ ਹੋਵੇ, ਇਸ ਨੂੰ ਅਸੀਂ ਸਵਰਗ ਦਾ ਰੂਪ ਬਣਾਈਏ। ਇਸ ਧਰਤੀ ਦੇ ਉੱਤੇ ਕਿਸੇ ਦਾ ਹੱਕ ਨਾ ਮਾਰੀਏ, ਜੀਵ ਜੰਤੂਆਂ, ਪਸ਼ੂਆਂ, ਪੰਛੀਆਂ ਦੇ ਵਿੱਚ ਚੰਗਾ ਸੋਚੀਏ। ਸੋ ਚਿੜੀ ਦਿਵਸ ਦੇ ਤੌਰ 'ਤੇ ਇਹ ਬੇਨਤੀ ਹੈ ਜੋ ਸੁਣਨ ਵਾਲੇ ਨੇ ਸੁਰਤੇ, ਜਿੱਥੇ ਅੱਜ ਅਸੀਂ ਬਹੁਤ ਸਾਰੇ ਪੰਛੀਆਂ ਵਾਸਤੇ ਆਲਣਾ ਬਣਾ ਕੇ, ਉਹਨਾਂ ਦੇ ਘਰ ਬਣਾ ਕੇ ਲਗਾਉਂਦੇ ਹਾਂ ਦਰਖਤਾਂ ਦੇ ਉੱਤੇ, ਜਾਂ ਜਿੱਥੇ ਯੋਗ ਸਥਾਨ ਹੁੰਦਾ ਉੱਥੇ ਲਾਉਂਦੇ ਹਾਂ। ਉੱਥੇ ਉਹ ਬੱਚੇ ਵੀ ਦਿੰਦੇ ਨੇ, ਅੰਡੇ ਵੀ ਦਿੰਦੇ ਨੇ, ਬੱਚੇ ਪਾਲਦੇ ਵੀ ਨੇ, ਦੇਖੇ ਗਏ ਨੇ, ਬੜਾ ਫਾਇਦਾ ਹੁੰਦਾ। ਉੱਥੇ ਅਸੀਂ ਅੱਗੇ ਵਾਸਤੇ ਜਾਗਰਤ ਹੋਈਏ, ਕੋਸ਼ਿਸ਼ ਕਰੀਏ, ਜੀਵਾਂ ਜੰਤੂਆਂ ਵਾਸਤੇ ਸੋਚੀਏ, ਪੰਛੀਆਂ ਵਾਸਤੇ ਸੋਚੀਏ, ਉਹਨਾਂ ਨੂੰ ਮਾਰੀਏ ਨਾ, ਦੁੱਖ ਤਕਲੀਫਾਂ ਨਾ ਦਈਏ, ਕੈਦ ਨਾ ਕਰੀਏ।
ਆਜ਼ਾਦ ਫਿਜ਼ਾ ਦੇ ਵਿੱਚ ਉਹ ਵੀ ਵਿਚਰਨ, ਜਿੱਥੇ ਇਨਸਾਨ ਆਪਣੇ ਵਾਸਤੇ ਸੋਚਦਾ, ਸੋ ਉਹਨਾਂ ਵਾਸਤੇ ਵੀ ਸੋਚੇ। ਜੋ ਇਹ ਕੁਦਰਤ ਹੈ, ਕੁਦਰਤ ਦੇ ਨਾਲ ਛੇੜਛਾੜ ਨਾ ਕਰੀਏ, ਵੱਧ ਤੋਂ ਵੱਧ ਦਰਖਤ ਲਗਾਈਏ, ਬੂਟੇ ਲਗਾਈਏ। ਚਿੜੀਆਂ ਜਿਹੜੀਆਂ ਸੀਗੀਆਂ, ਇਹਨਾਂ ਦੇ ਰੈਣ ਬਸੇਰੇ, ਬੇਰੀਆਂ, ਝਾੜੀਦਾਰ ਬੇਰੀਆਂ, ਉਹਨਾਂ ਦੇ ਵਿੱਚ ਰਹਿੰਦੇ ਸੀ, ਕਿਉਂਕਿ ਉੱਥੇ ਉਹਨਾਂ ਦਾ ਬਚਾਅ ਹੋ ਜਾਂਦਾ ਸੀ ਦੂਸਰੇ ਜਾਨਵਰਾਂ ਤੋਂ। ਘਰਾਂ ਦੇ ਵਿੱਚ ਵੀ ਜਿਹੜਾ ਹੈ ਬਚਾਅ ਹੋ ਜਾਂਦਾ ਸੀ। ਹੁਣ ਘਰ ਤਾਂ ਪੱਕੇ ਹੋ ਗਏ, ਝਾੜੀਆਂ ਅਸੀਂ ਕੱਟ ਦਿੱਤੀਆਂ, ਬੇਰੀਆਂ ਅਸੀਂ ਕੱਟ ਦਿੱਤੀਆਂ, ਇਸ ਕਰਕੇ ਉਹਨਾਂ ਦੀਆਂ ਛੁਪਣਗਾਹਾਂ ਹੀ ਨਹੀਂ ਰਹੀਆਂ, ਉਹਨਾਂ ਦੇ ਘਰ ਨਹੀਂ ਰਹੇ, ਇਸ ਕਰਕੇ ਉਹ ਸਾਤੋਂ ਰੁੱਸ ਗਏ। ਇਸ ਕਰਕੇ ਬਹੁਤ ਘੱਟ ਗਿਣਤੀ ਦੇ ਵਿੱਚ ਰਹਿ ਗਏ। ਸੋ ਇਹ ਇਨਸਾਨ ਦਾ ਸਾਡਾ ਫਰਜ਼ ਬਣਦਾ, ਸਭ ਇਨਸਾਨਾਂ ਦਾ, ਸਭ ਦੇਸ਼ ਵਾਸੀਆਂ ਦਾ, ਸੰਸਾਰ ਵਾਸੀਆਂ ਦਾ, ਕਿ ਅਸੀਂ ਜਿੱਥੇ ਆਪਣੇ ਲਈ, ਆਪਣੇ ਬੱਚਿਆਂ ਦੇ ਲਈ ਸੋਚਦੇ ਹਾਂ, ਉੱਥੇ ਉੱਥੇ ਪਰਮਾਤਮਾ ਦੇ ਬਣਾਏ ਇਹ ਜੀਵਾਂ ਬਾਰੇ ਵੀ ਅਸੀਂ ਸੋਚੀਏ। ਉਹਨਾਂ ਦਾ ਵੀ ਅਸੀਂ ਜਿਹੜਾ ਹੈ ਕਿਸੇ ਢੰਗ ਤਰੀਕੇ ਦੇ ਨਾਲ ਨੁਕਸਾਨ ਨਾ ਹੋਣ ਦਈਏ, ਉਹਨਾਂ ਦੀ ਗਿਣਤੀ ਨਾ ਘਟਣ ਦਈਏ, ਉਹਨਾਂ ਨੂੰ ਬਚਾਈਏ। ਉਹਨਾਂ ਵਾਸਤੇ ਵੀ ਸੁੱਖ ਸਹੂਲਤਾਂ, ਸਾਧਨ ਜਿਹੜੇ ਹਨ ਪੈਦਾ ਕਰੀਏ। ਉਹਨਾਂ ਦੇ ਖਾਣ ਦੇ ਸਾਧਨ, ਪੀਣ ਦੇ ਸਾਧਨ ਪੈਦਾ ਕਰੀਏ। ਇਹਦੇ ਵਿੱਚ ਹੀ ਜਿਹੜੀ ਹੈ ਸ਼ਾਂਤੀ ਹੈ ਇਨਸਾਨ ਦੀ। ਬੜੇ ਅਨਭੋਲ ਨੇ, ਮਾਸੂਮ ਨੇ ਪੰਛੀ ਜੀਵ, ਦਾਣਾ ਦੁਣਕਾ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ। ਉਹ ਇਨਸਾਨ ਕਿੰਨਾ ਕਿੰਨਾ ਕੁਛ ਜੋੜਦਾ ਹੈ, ਕਿੰਨਾ ਕਿੰਨਾ ਕੁਛ ਕਰਦਾ ਹੈ, ਜ਼ਿੰਦਗੀ ਵਾਸਤੇ ਵੱਡੇ ਵੱਡੇ ਮਕਾਨ ਬਣਾਉਂਦਾ ਹੈ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਪਰਮਾਤਮਾ ਨੂੰ ਭੁੱਲ ਜਾਂਦਾ, ਪਰਮਾਤਮਾ ਦੀ ਯਾਦ ਨੂੰ ਭੁੱਲ ਜਾਂਦਾ, ਲੇਖੇ ਜੋਖੇ ਨੂੰ ਭੁੱਲ ਗਿਆ ਵੀ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ, ਕੋਈ ਪੁੱਛਣ ਵਾਲਾ ਨਹੀਂ ਹੈ, ਧਰਮ ਨੂੰ ਭੁੱਲ ਗਿਆ। ਸੋ ਇਸ ਕਰਕੇ ਜੋ ਦਇਆ ਦਾ ਮੂਲ ਹੈ, ਸੋ ਫਿਰ ਇਨਸਾਨ ਜੋ ਇਨਸਾਨ ਨਹੀਂ ਰਹਿੰਦਾ, ਉਹ ਹੈਵਾਨ ਹੀ ਨਹੀਂ, ਹੈਵਾਨ ਦੇ ਨਾਲੋਂ ਵੀ ਖਤਰਨਾਕ ਹੋ ਜਾਂਦਾ ਹੈ। ਇਨਸਾਨ ਨੂੰ ਇਹਨਾਂ ਜੀਵਾਂ ਜੰਤੂਆਂ ਤੋਂ ਕੋਈ ਖਤਰਾ ਨਹੀਂ ਹੈ, ਜ਼ਹਿਰੀਲੇ ਜਾਨਵਰਾਂ ਤੋਂ ਵੀ ਇਨਸਾਨ ਨੂੰ ਖਤਰਾ ਨਹੀਂ ਹੈ। ਇਨਸਾਨ ਤੋਂ ਸਾਰੇ ਜੀਵ ਜੰਤੂਆਂ ਨੂੰ ਜਿਹੜਾ ਹੈ ਖਤਰਾ ਪੈਦਾ ਹੋਇਆ ਹੋਇਆ। ਸੋ ਇਸ ਕਰਕੇ ਇਹ ਜਾਗਰਤੀ ਲਿਆਉਣੀ ਚਾਹੀਦੀ ਹੈ, ਸਾਨੂੰ ਜਾਗਣਾ ਚਾਹੀਦਾ ਹੈ। ਸਾਡੇ ਸਮਾਜ ਦੇ ਵਿੱਚ, ਸਾਰੇ ਦੇਸ਼ਾਂ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਸਾਡੀ ਸੋਚ ਹੈ ਜਿਹੜੀ ਉਹ ਪੰਛੀਆਂ ਦੇ ਪ੍ਰਤੀ, ਜੀਵਾਂ ਜੰਤੂਆਂ ਦੇ ਪ੍ਰਤੀ ਜਿਹੜੀ ਹੈ ਬਦਲੇ। ਫਿਰ ਜਿਹੜਾ ਸਾਡੇ ਦਿਨ ਮਨਾਹੇ ਸਫਲੇ ਹੋਣਗੇ। ਬਹੁਤ ਸਾਰੇ ਲੋਕ ਜਿਹੜੇ ਹਨ ਇਸ ਪ੍ਰਤੀ ਜਾਗਰੂਕ ਹੋ ਰਹੇ ਨੇ, ਜਾਗ ਰਹੇ ਹਨ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਜਾਗਣ ਦੀ ਲੋੜ ਹੈ। ਜਿਹੜੇ ਭੁੱਲੇ ਹੋਏ ਨੇ ਲੋਕ, ਆਪਣੇ ਇੱਕ ਜੀਵ ਦੇ ਸਵਾਦ ਵਾਸਤੇ ਜੀਵਾਂ ਨੂੰ ਮਾਰ ਮਾਰ ਕੇ ਖਾਂਦੇ ਨੇ, ਤੜਫਾ ਤੜਫਾ ਕੇ ਖਾਂਦੇ ਨੇ, ਜਿਉਂਦੇ ਨੇ, ਪਤਾ ਨਹੀਂ ਉਹਨਾਂ ਨੂੰ ਕੀ ਇਸ ਵਿੱਚ ਮਿਲਦਾ। ਸੋ ਇਹੋ ਜਿਹੇ ਲੋਕਾਂ ਨੂੰ ਸਮੱਤ ਆਵੇ, ਪਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ। ਸੋ ਅਸੀਂ ਜਿਹੜਾ ਇਹਨਾਂ ਪੰਛੀਆਂ ਦੇ ਪ੍ਰਤੀ ਆਪਣੇ ਵਤੀਰੇ ਨੂੰ ਬਦਲੀਏ ਤੇ ਉਹਨਾਂ ਦੀ ਸੁੱਖ ਸਹੂਲਤਾਂ, ਉਹਨਾਂ ਦੇ ਘਰ, ਉਹਨਾਂ ਦੇ ਇਲਾਜ ਵਾਸਤੇ ਵੀ ਅਸੀਂ ਸੋਚੀਏ। ਹਸਪੀਟਲ ਕਾਇਮ ਹੋਣ, ਡਾਕਟਰ ਹੋਣ, ਉਹਨਾਂ ਨੂੰ ਵੀ ਕੋਈ ਦੁੱਖ ਨਾ ਦੇਵੇ। ਫਿਰ ਜਿਹੜਾ ਹੈ ਸੰਸਾਰ ਸੁਖੀ ਵਸ ਸਕਦਾ ਹੈ। ਸੋ ਇਸ ਕਰਕੇ ਚਿੜੀ ਦਿਵਸ ਦੀਆਂ ਸਭ ਲੋਕਾਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।